ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਅੱਜ ਫਿਰ ਨਵੀਂ ਕਹਾਣੀ ਦੇ ਨਾਲ। ਬਹੁਤ ਫਿਕਰ ਲੱਗੀ ਹੋਈ ਸੀ, ਪਤਾ ਨਹੀਂ ਕੀ ਹੋਣਾ। ਵਾਰ-ਵਾਰ ਤਾਂ ਪੇਪਰ ਪਾ ਦਿੱਤਾ। ਹਾਏ ਰੱਬ ਜੀ, ਇਸ ਵਾਰ ਬੇੜਾ ਪਾਰ ਲਗਾ ਦਿਓ। ਫਿਕਰ ਵਿੱਚ ਜਸ਼ਨ ਘੁੰਮ ਰਹੀ ਸੀ। ਸਾਰੀ ਰਾਤ ਦੀ ਨੀਂਦ ਵੀ ਨਹੀਂ ਆਈ ਸੀ। ਖਰਚਾ ਵੀ ਬਹੁਤ ਆਉਂਦਾ ਹੈ, ਬੰਦਾ ਕਰੇ ਵੀ ਕੀ। ਇਹੀ ਸੋਚ ਨੂੰ ਸੋਚਦੇ ਹੋਏ ਉਹ ਬਹੁਤ ਦੁਖੀ ਹੋ ਰਹੀ ਸੀ। ਉਸ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਚੱਲ ਰਿਹਾ ਸੀ। ਵਾਹਿਗੁਰੂ ਦਾ ਨਾਮ ਜਪ ਕੇ ਉਹਨੇ ਸਵੇਰ ਸਮੇਂ ਕੰਬਦੇ ਹੱਥਾਂ ਨਾਲ ਆਪਣਾ ਫੋਨ ਚੁੱਕਿਆ ਤੇ ਦੇਖ ਕੇ ਖੁਸ਼ੀ ਨਾਲ ਝੂਮ ਉੱਠੀ। ਉਸ ਦੇ ਪੂਰੇ 6 ਬੈਂਡ ਆਏ ਸੀ। ਹੁਣ ਉਸ ਦੇ ਸੁਪਨਿਆਂ ਨੂੰ ਉਡਾਰੀਆਂ ਮਿਲ ਜਾਣੀਆਂ ਸੀ। ਜਲਦੀ ਨਾਲ ਡੈਡੀ ਕੋਲ ਗਈ ਤੇ ਜਾ ਕੇ ਇਹ ਖੁਸ਼ਖਬਰੀ ਦਿੱਤੀ। ਉਸ ਦਾ ਪਿਤਾ ਇਹ ਸਭ ਦੇਖ ਕੇ ਬਹੁਤ ਖੁਸ਼ ਹੋਇਆ। ਇਸ ਵਾਰ ਉਸ ਨੇ ਜਸ਼ਨ ਦੇ ਪੇਪਰ ਦਾ ਖਰਚਾ ਪੈਸੇ ਚੁੱਕ ਕੇ ਕੀਤਾ ਸੀ। ਪੇਪਰ ਦੇ ਪੈਸੇ ਤਾਂ ਜਸ਼ਨ ਦੇ ਪਿਤਾ ਬਲਦੇਵ ਨੇ ਕਿਸੇ ਕੋਲੋਂ ਫੜ ਕੇ ਉਸ ਵਾਰ ਦਿੱਤੇ ਸੀ। ਖੈਰ, ਹੁਣ ਸਭ ਭੁੱਲ ਜਾਣਾ ਹੈ। ਘਰ ਵਿੱਚ ਤਾਂ ਪਹਿਲਾਂ ਹੀ ਬਹੁਤ ਤੰਗੀ ਸੀ। ਸਾਰੇ ਦੇ ਸਾਰੇ ਪੈਸੇ ਜਸ਼ਨ ਦੇ ਘਰ ਦੇ ਲਗਾ ਨਹੀਂ ਸਕਦੇ ਸਨ। ਬਸ ਇੱਕ ਹੀ ਰਾਹ ਸੀ ਹੁਣ ਵਿਆਹ ਕਰਾਉਣ ਦੀ ਉਮਰ ਜਸ਼ਨ ਦੀ ਹਾਲੇ 19 ਸਾਲ ਦੀ ਸੀ। 12ਵੀਂ ਪਾਸ ਕੀਤੀ ਨੂੰ ਹਾਲੇ 1 ਸਾਲ ਹੀ ਹੋਇਆ ਸੀ। ਪਰ ਆਪਣੇ ਘਰ ਦੇ ਹਾਲਾਤ ਦੇਖ ਕੇ ਉਸਨੇ ਅੱਗੇ ਪੜ੍ਹਾਈ ਨਹੀਂ ਕੀਤੀ ਤੇ ਆਈਲਟਸ ਕਰਨ ਦਾ ਸੋਚ ਲਿਆ। ਰਿਸ਼ਤੇ ਦੀ ਭਾਲ ਅਖੀਰ ਕਰਦੇ ਜਸ਼ਨ ਦੀ ਭੂਆ ਦੀ ਨਨਾਣ ਤੇ ਜਾ ਮੁੱਕੀ। ਜਸ਼ਨ ਦੀ ਭੂਆ ਬਲਜੀਤ ਜਸ਼ਨ ਦਾ ਮੋਹ ਕਾਫੀ ਕਰਦੀ ਸੀ। ਉਸ ਨੇ ਆਪਣੀ ਨਨਾਣ ਸ਼ਿੰਦੋ ਨੂੰ ਕਿਸੇ ਸੋਹਣੇ ਰਿਸ਼ਤੇ ਲਈ ਆਖ ਦਿੱਤਾ। ਆਖੇ ਜਦੋਂ ਜੋੜੀਆਂ ਬਣਾ ਕੇ ਹੀ ਉੱਪਰ ਵਾਲਾ ਦੇਵੇ ਤਾਂ ਕੌਣ ਰੋਕ ਸਕਦਾ। ਸ਼ਿੰਦੋ ਨੇ ਆਪਣੇ ਦਿਓਰ ਦੇ ਮੁੰਡੇ ਨੂੰ ਰਿਸ਼ਤਾ ਕਰਵਾ ਦਿੱਤਾ। ਪੈਸਾ ਸਾਰਾ ਉਹਨਾਂ ਨੇ ਲਾਉਣਾ ਸੀ, ਬਸ ਵਿਆਹ ਪੱਕਾ ਕਰਨਾ ਸੀ। ਫੋਨ ਉੱਪਰ ਹੀ ਕਈ ਗੱਲਾਂ ਹੋ ਗਈਆਂ। ਦੇਖਣ ਵਾਲੇ ਦਿਨ ਦੋਨੇ ਧਿਰਾਂ ਇੱਕ ਹੋਟਲ ਤੇ ਪਹੁੰਚ ਗਈਆਂ। ਗੱਲਬਾਤ ਹੋਣ ਤੋਂ ਬਾਅਦ ਪਤਾ ਲੱਗਾ ਕਿ ਮੁੰਡੇ ਦੀ ਉਮਰ 30 ਸਾਲ ਹੈ, ਪਰ ਹੈ ਇਕੱਲਾ ਤੇ 2 ਭੈਣਾਂ ਨੇ। ਨਾਮ ਉਸਦਾ ਗੁਰਸੇਵਕਾ। ਆਪਣੀ ਗੱਲਬਾਤ ਵਿੱਚ ਬਲਦੇਵ ਸਿੰਘ ਨੇ ਆਪਣੇ ਘਰ ਦੀ ਅਸਲੀਅਤ ਹਾਲਤ ਬਿਆਨ ਕਰ ਦਿੱਤੀ। ਬਲਦੇਵ ਸਿੰਘ ਨੇ ਕਿਹਾ ਕਿ ਮੇਰੇ ਕੋਲ ਬਸ ਧੀ ਆ, ਵਿਆਹ ਅਸੀਂ ਪੱਕਾ ਕਰਨਾ ਹੈ। ਸਾਡੇ ਵੱਲੋਂ ਕੋਈ ਧੋਖਾ ਨਹੀਂ ਹੋਵੇਗਾ। ਮੁੰਡੇ ਦੀ ਮਾਂ ਕਹਿੰਦੀ ਸਾਨੂੰ ਬਸ ਕੁੜੀ ਦੀ ਲੋੜ ਆ, ਦਾਜ ਦਹੇਜ ਸਾਨੂੰ ਵੀ ਨਹੀਂ ਚਾਹੀਦਾ, ਰੱਬ ਦਾ ਦਿੱਤਾ ਸਭ ਕੁਛ ਆ। ਬਲਦੇਵ ਸਿੰਘ ਕੁੜੀ ਦਾ ਪਿਓ ਕਹਿੰਦਾ ਦੇਖ ਲਓ ਭੈਣ ਜੀ, ਬਾਅਦ ਵਿੱਚ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਕੁੜੀ ਨੂੰ ਤਾਨੇ ਮਿਹਣੇ ਦੇਵੋ। ਮੁੰਡੇ ਦੀ ਮਾਂ ਜਸਬੀਰ ਕੌਰ ਕਹਿੰਦੀ ਨਹੀਂ ਜੀ, ਕਦੇ ਵੀ ਨਹੀਂ। ਆ ਮੇਰਾ ਪੁੱਤ, ਉਮਰ ਤਾਂ ਤੁਹਾਨੂੰ ਪਤਾ ਲੱਗ ਗਈ ਆ, ਨਾਲੇ ਇਹ ਪੜ੍ਹਿਆ ਵੀ 8 ਹੀ ਆ, ਪਰ ਨਸ਼ੇ ਪੱਤੇ ਦਾ ਕੋਈ ਵੈਲ ਨਹੀਂ। ਬਾਕੀ ਇਸ ਦੇ ਪਿਤਾ ਨੇ ਬਾਹਰ ਤੋਂ ਆਉਣਾ, ਵਿਆਹ ਅਸੀਂ ਉਦੋਂ ਕਰਾਂਗੇ। ਉਹਨਾਂ ਨੇ ਅਗਲੇ ਮਹੀਨੇ ਆਉਣਾ ਤੇ ਅਗਲੇ ਮਹੀਨੇ ਵਿਆਹ ਕਰ ਦੇਣਾ। ਵਿਚੋਲਣ ਸ਼ਿੰਦੋ ਕਹਿੰਦੀ ਫਿਰ ਸਭ ਨੂੰ ਮਨਜ਼ੂਰ ਆ ਰਿਸ਼ਤਾ। ਬਲਦੇਵ ਸਿੰਘ ਕਹਿੰਦਾ ਸਾਨੂੰ ਵੀ ਮਨਜ਼ੂਰ ਆ। ਦੋਹਾਂ ਧਿਰਾਂ ਨੇ ਹਾਂ ਆਖ ਦਿੱਤੀ। ਪਲਾਂ ਵਿੱਚ ਮੰਗਣੀ ਤੇ 1 ਹਫ਼ਤੇ ਵਿੱਚ ਵਿਆਹ ਹੋ ਗਿਆ ਤੇ ਮਾਰਚ ਦਾ ਵਿਆਹ ਰੱਖਿਆ ਗਿਆ ਸੀ। ਸਭ ਕੁਝ ਸੁੱਖੀ ਸਾਂਦੀ ਸਮੇਂ ਤੇ ਹੋ ਗਿਆ। ਸਾਰਾ ਖਰਚਾ ਮੁੰਡੇ ਵਾਲਿਆਂ ਨੇ ਹੀ ਕਰਿਆ। ਜਸ਼ਨ ਆਪਣੇ ਸਹੁਰੇ ਘਰ ਚਲੀ ਗਈ। ਵਿਆਹ ਤੋਂ ਦੂਜੇ ਦਿਨ ਹੀ ਘਰ ਵਿੱਚ ਪਾਰਟੀ ਰੱਖੀ ਹੋਈ ਸੀ। ਜਸ਼ਨ ਦੇ ਸਹੁਰਿਆਂ ਨੇ ਬਹੁਤ ਹੀ ਸੋਹਣਾ ਸੂਟ ਉਸ ਲਈ ਤਿਆਰ ਕੀਤਾ ਹੋਇਆ ਸੀ। ਉਸ ਨੂੰ ਉਸ ਦੀ ਨਨਾਣ ਨੇ ਹੀ ਤਿਆਰ ਕੀਤਾ, ਕਿਉਂਕਿ ਉਹ ਆਪ ਹੀ ਪਾਰਲਰ ਦਾ ਕੰਮ ਸਿੱਖੀ ਹੋਈ ਸੀ। ਰਸਮ ਰਿਵਾਜ ਸਭ ਬਹੁਤ ਸੋਹਣੇ ਚੱਲ ਰਹੇ ਸੀ। ਜਸ਼ਨ ਬਿਨਾਂ ਕਿਸੇ ਸੰਗ ਸ਼ਰਮ ਤੋਂ ਅੰਦਰ ਬਾਹਰ ਘੁੰਮ ਰਹੀ ਸੀ, ਜਿਵੇਂ ਉਹ ਇਸ ਘਰ ਵਿੱਚ ਬਹੁਤ ਸਮੇਂ ਤੋਂ ਰਹਿ ਰਹੀ ਹੋਵੇ। ਇਹ ਗੱਲ ਵਿਚੋਲਣ ਨੂੰ ਬਿਲਕੁਲ ਵੀ ਪਸੰਦ ਨਾ ਆਈ। ਜਸ਼ਨ ਜਲਦੀ ਹੀ ਆਪਣੇ ਸਹੁਰੇ ਘਰ ਵਿੱਚ ਘੁਲ ਮਿਲ ਗਈ। ਉਸ ਦਾ ਉਹਨਾਂ ਨਾਲ ਬਹੁਤ ਪਿਆਰ ਪੈ ਗਿਆ। ਉਸ ਦਾ ਘਰ ਵਾਲਾ ਦਵਿੰਦਰ ਉਸ ਦਾ ਬਹੁਤ ਖਿਆਲ ਰੱਖਦਾ। ਉਸ ਨੂੰ ਹਰ ਚੀਜ਼ ਲਿਆ ਕੇ ਦਿੱਤੀ ਜਾਂਦੀ। ਦੋਵੇਂ ਨਨਾਣਾਂ ਵੀ ਬਹੁਤ ਜ਼ਿਆਦਾ ਮੋਹ ਕਰਦੀਆਂ। ਇੱਕ ਹੀ ਤਾਂ ਭਾਬੀ ਆ ਉਹਨਾਂ ਦੀ। ਜਸ਼ਨ ਦੀ ਬਾਹਰ ਦੀ ਫਾਈਲ ਲਗਾ ਦਿੱਤੀ ਗਈ। ਕੰਮ ਬਣਨਾ ਸ਼ੁਰੂ ਹੋ ਗਿਆ। ਜਸ਼ਨ ਦੇ ਮਾਪਿਆਂ ਨੇ ਆਪਣੀ ਹੈਸੀਅਤ ਦੇ ਮੁਤਾਬਕ ਜਿੰਨਾ ਹੋ ਸਕਦਾ ਸੀ ਕੀਤਾ। ਉਹਨਾਂ ਨੇ ਸਿਰਫ ਦਵਿੰਦਰ ਨੂੰ ਮੁੰਦਰੀ ਪਾਈ ਸੀ, ਹੋਰ ਕੋਈ ਗਹਿਣਾ ਨਹੀਂ ਪਾਇਆ ਸੀ। ਜਸ਼ਨ ਦਾ ਭਰਾ ਹਾਲੇ ਛੋਟਾ ਸੀ। ਖੈਰ, 1 ਮਹੀਨੇ ਬਾਅਦ ਹੀ ਆਫਰ ਲੈਟਰ ਆ ਗਿਆ। ਕੈਨੇਡਾ ਦਾ ਕੁਝ ਕਾਨੂੰਨੀ ਕੰਮ ਕਰਨ ਦੇ ਬਾਅਦ ਕੰਮ ਵਿੱਚ ਦੇਰ ਲੱਗਣੀ ਸੀ। ਇਸ ਸਮੇਂ ਜਸ਼ਨ ਨੇ ਆਪਣਾ ਬਹੁਤ ਸਮਾਂ ਆਪਣੇ ਘਰ ਵਾਲੇ ਨਾਲ ਹੀ ਬਤੀਤ ਕੀਤਾ। ਜਸ਼ਨ ਦੀ ਵੱਡੀ ਨਨਾਣ ਦਾ ਨਾਮ ਰੁਪਿੰਦਰ ਤੇ ਛੋਟੀ ਦਾ ਨਾਮ ਦਪਿੰਦਰ ਸੀ। ਰੁਪਿੰਦਰ ਕਾਫੀ ਪੜ੍ਹ ਚੁੱਕੀ ਸੀ। ਉਸਨੇ BEd ਕਰ ਲਈ ਸੀ। ਘਰ ਵਿੱਚ ਪੈਸਾ ਹੋਣ ਕਰਕੇ ਉਸ ਨੂੰ ਘੁੰਮਣ ਫਿਰਨ ਦੀ ਪੂਰੀ ਖੁੱਲ੍ਹ ਸੀ। ਇੱਕ ਉਹ ਆਪ ਵੀ ਕੰਮ ਕਰਦੀ ਸੀ।
ਛੋਟੀ ਕੁੜੀ ਦਪਿੰਦਰ ਨੇ ਪਾਰਲਰ ਦਾ ਕੰਮ ਸਿੱਖਿਆ ਹੋਇਆ ਸੀ। ਉਸਨੇ ਬਸ 10 ਜਮਾਤਾਂ ਹੀ ਕੀਤੀਆਂ ਸੀ। ਰੁਪਿੰਦਰ ਇੱਕ ਬਹੁਤ ਹੀ ਸਮਝਦਾਰ ਕੁੜੀ ਸੀ। ਜ਼ਿੰਦਗੀ ਨੂੰ ਜਿਉਣ ਦਾ ਉਸਦਾ ਆਪਣਾ ਹੀ ਇੱਕ ਨਜ਼ਰੀਆ ਸੀ। ਹੌਲੀ ਹੌਲੀ ਜਸ਼ਨ ਨੇ 2 ਕੁ ਮਹੀਨਿਆਂ ਵਿੱਚ ਰੁਪਿੰਦਰ ਦੀ ਜ਼ਿੰਦਗੀ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ। ਜਸ਼ਨ ਘਰ ਦਾ ਸਾਰਾ ਕੰਮ ਕਰਦੀ, ਪਰ ਉਸ ਦੀ ਉਮਰ ਦੇ ਹਿਸਾਬ ਨਾਲ ਉਸਨੂੰ ਬਹੁਤ ਹੀ ਘੱਟ ਅਕਲ ਸੀ। ਬਾਹਰ ਦਾ ਕੰਮ ਬਣਨ ਨੂੰ ਹੁਣ ਸਮਾਂ ਲੱਗ ਜਾਣਾ ਸੀ। ਘਰ ਦੇ ਜਸ਼ਨ ਦੇ ਸੁਭਾਅ ਤੇ ਜਸ਼ਨ ਘਰਦਿਆਂ ਦੇ ਸੁਭਾਅ ਤੋਂ ਜਾਣੂ ਹੋ ਗਈ ਸੀ। ਰੁਪਿੰਦਰ ਨੇ ਹਮੇਸ਼ਾ ਖੁੱਲ੍ਹ ਕੇ ਜ਼ਿੰਦਗੀ ਨੂੰ ਜੀ ਕੇ ਦੇਖਿਆ ਸੀ। ਆਪਣੇ ਕਿਸੇ ਵੀ ਕੰਮ ਵਿੱਚ ਉਸ ਨੂੰ ਰੋਕ ਟੋਕ ਬਿਲਕੁਲ ਪਸੰਦ ਨਹੀਂ ਸੀ। ਪਰ ਜਸ਼ਨ ਨੇ ਦਵਿੰਦਰ ਦੇ ਦਿਮਾਗ ਵਿੱਚ ਇਹ ਸਭ ਗੱਲਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਕੁੜੀਆਂ ਨੂੰ ਇਸ ਤਰ੍ਹਾਂ ਨਹੀਂ ਘੁੰਮਣਾ ਚਾਹੀਦਾ। ਇਸ ਤਰ੍ਹਾਂ ਘੁੰਮਣ ਨਾਲ ਉਹਨਾਂ ਦੀ ਇੱਜ਼ਤ 'ਤੇ ਫਰਕ ਪੈਂਦਾ। ਜਿਸ ਭਰਾ ਨੇ ਅੱਜ ਤੱਕ ਆਪਣੀਆਂ ਭੈਣਾਂ ਨੂੰ ਕੁਝ ਨਹੀਂ ਕਿਹਾ ਸੀ, ਹੁਣ ਉਹ ਆਪਣੀਆਂ ਦੋਨੇ ਭੈਣਾਂ ਨੂੰ ਗੱਲ-ਗੱਲ 'ਤੇ ਟੋਕਣ ਲੱਗ ਪਿਆ। ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਉਸ ਨੂੰ ਨਹੀਂ ਬੁਲਾਉਣਾ, ਇਸ ਨੂੰ ਨਹੀਂ ਬੁਲਾਉਣਾ। ਪਰ ਕੁੜੀਆਂ ਗਲਤ ਤਾਂ ਹੈ ਹੀ ਨਹੀਂ ਸਨ ਕਿਸੇ ਵੀ ਪਾਸੇ ਤੋਂ। ਦਵਿੰਦਰ ਦਾ ਦਿਮਾਗ ਜਸ਼ਨ ਨੇ ਬਹੁਤ ਹੀ ਘੁਮਾ ਦਿੱਤਾ ਸੀ। ਜਸ਼ਨ ਦੇ ਇਸ ਵਿੱਚ ਉਸ ਦੀ ਭੂਆ ਦਾ ਬਹੁਤ ਵੱਡਾ ਹੱਥ ਸੀ, ਜਿਸ ਨੇ ਉਸ ਦਾ ਰਿਸ਼ਤਾ ਕਰਨ ਲਈ ਆਪਣੀ ਨਨਾਣ ਨੂੰ ਕਿਹਾ ਸੀ। ਅਸਲ ਵਿੱਚ ਉਸ ਦੀ ਭੂਆ ਨੇ ਕਿਹਾ ਸੀ ਕਿ ਜਦੋਂ ਵਿਆਹ ਰੱਖਣਾ ਹੀ ਪੱਕਾ ਹੈ ਤਾਂ ਮੁੰਡੇ ਨੂੰ ਪੂਰੀ ਤਰ੍ਹਾਂ ਆਪਣੇ ਹੱਥ ਵਿੱਚ ਕਰ ਲਈ, ਨਾਲ ਕੁੜੀਆਂ ਨਾਲ ਉਹਦਾ ਮੋਹ ਘਟਾ ਦੇਈ। ਇਹਨਾਂ ਭੈਣ ਭਰਾ ਵਿੱਚ ਪਿਆਰ ਰਿਹਾ ਤਾਂ ਆਪਣੇ ਵਿਆਹ ਤੋਂ ਬਾਅਦ ਵੀ ਇਹਨਾਂ ਨੇ ਜਲਦੀ ਪੇਕਿਆਂ ਨੂੰ ਤੁਰੀਆਂ ਰਿਹਾ ਕਰਨਾ ਤੇ ਖਰਚਾ ਸਾਰਾ ਤੈਨੂੰ ਕਰਨਾ ਪਿਆ ਕਰਨਾ। ਜਸ਼ਨ ਨੇ ਭੂਆ ਦੀਆਂ ਕਈਆਂ ਗੱਲਾਂ 'ਤੇ ਅਮਲ ਕਰਕੇ ਇਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਜਿਸ ਭਰਾ ਨੇ ਭੈਣ ਨੂੰ ਪੁੱਛੇ ਬਿਨਾਂ ਕੋਈ ਵੀ ਗੱਲ ਨਹੀਂ ਕਦੇ ਕੀਤੀ ਸੀ, ਉਹ ਹੁਣ ਉਹਨਾਂ ਨੂੰ ਬੋਲਣ ਲੱਗ ਪਿਆ ਸੀ। ਉਹ ਇੱਕ ਦਿਨ ਰੁਪਿੰਦਰ ਨੂੰ ਬਹੁਤ ਬੋਲਿਆ ਤੇ ਕਿਹਾ ਕਿ ਤੂੰ ਮੁੰਡਿਆਂ ਨੂੰ ਬਹੁਤ ਬੁਲਾਉਣੀ ਆ, ਇਹ ਸਭ ਸਹੀ ਨਹੀਂ ਆ, ਇਸ ਨਾਲ ਕੋਈ ਤੇਰੇ ਬਾਰੇ ਕੀ ਸੋਚੇਗਾ। ਇਹ ਸੁਣ ਕੇ ਰੁਪਿੰਦਰ ਹੈਰਾਨ ਰਹਿ ਗਈ ਤੇ ਉਸਨੇ ਦਵਿੰਦਰ ਨੂੰ ਕਿਹਾ ਕਿ ਵੀਰੇ, ਪਹਿਲਾਂ ਤਾਂ ਤੂੰ ਇਸ ਤਰ੍ਹਾਂ ਦਾ ਨਹੀਂ ਸੀ। ਦਵਿੰਦਰ ਨੇ ਕਿਹਾ ਕਿ ਪਹਿਲਾਂ ਨਹੀਂ ਸੀ, ਪਰ ਹੁਣ ਤਾਂ ਹਾਂ। ਉਸ ਸਮੇਂ ਮੈਨੂੰ ਸਮਝ ਨਹੀਂ ਸੀ, ਪਰ ਹੁਣ ਸਾਰੀ ਸਮਝ ਆ ਗਈ। ਇਹ ਸਭ ਠੀਕ ਨਹੀਂ ਆ, ਲੋਕ ਕੀ ਸੋਚਦੇ ਹੋਣਗੇ ਤੁਹਾਡੇ ਬਾਰੇ। ਗੱਲਾਂ ਇਸੇ ਤਰ੍ਹਾਂ ਇੰਨੀਆਂ ਵੱਧ ਗਈਆਂ ਕਿ ਇੱਕ ਦਿਨ ਰੁਪਿੰਦਰ ਨੇ ਜਸ਼ਨ ਨੂੰ ਆਖ ਦਿੱਤਾ ਕਿ ਉਸ ਨੂੰ ਸਮਝ ਆ ਗਈ ਆ ਕਿ ਇਹ ਸਭ ਉਹ ਕਰਵਾ ਰਹੀ ਆ। ਇਹ ਸੁਣ ਕੇ ਜਸ਼ਨ ਰੋਣ ਲੱਗ ਪਈ ਤੇ ਦਵਿੰਦਰ ਨੂੰ ਕਿਹਾ ਕਿ ਮੰਮੀ ਹੁਣੀ ਉਸ ਨੂੰ ਬਹੁਤ ਬੋਲਦੇ ਨੇ, ਉਹ ਘਰ ਦਾ ਕੰਮ ਨਹੀਂ ਕਰਦੀ। ਤੇ ਜੋ ਦਵਿੰਦਰ ਰੁਪਿੰਦਰ ਨੂੰ ਆਉਣ ਜਾਣ ਤੋਂ ਰੋਕਦਾ ਹੈ, ਉਸ ਦਾ ਕਾਰਨ ਇਹ ਹੈ ਕਿ ਮੈਂ ਤੁਹਾਨੂੰ ਉਹਨਾਂ ਦੇ ਖਿਲਾਫ ਗੱਲਾਂ ਆਖਦੀ ਹਾਂ। ਦਵਿੰਦਰ ਨੇ ਇਹ ਸਭ ਕੁਝ ਰੁਪਿੰਦਰ ਤੋਂ ਪੁੱਛਿਆ ਤੇ ਦੋਨੇ ਭੈਣ ਭਰਾ ਆਪਸ ਵਿੱਚ ਬਹਿਸਣ ਲੱਗ ਪਏ। ਬਸ ਗੱਲ ਇੰਨੀ ਵੱਧ ਗਈ ਕਿ ਦਵਿੰਦਰ ਨੇ ਰੁਪਿੰਦਰ 'ਤੇ ਹੱਥ ਚੁੱਕ ਲਿਆ। ਮਾਂ ਨੇ ਤਾਂ ਕੁੜੀਆਂ ਦਾ ਪੱਖ ਹੀ ਲੈਣਾ ਸੀ, ਪਰ ਅਸਲ ਵਿੱਚ ਜਸ਼ਨ ਆਪਣੇ ਰਸਤੇ ਤੋਂ ਕਿਸੇ ਹੋਰ ਪਾਸੇ ਨੂੰ ਹੀ ਤੁਰ ਪਈ ਸੀ। ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ, ਪਰ ਚੁੱਪ ਸੀ ਕਿ ਜਸ਼ਨ ਦੀਆਂ ਗਲਤੀਆਂ 'ਤੇ ਪਰਦਾ ਰੱਖਣ ਦੀ ਇਹ ਸੀ ਕਿ ਇਸ ਤਰ੍ਹਾਂ ਇਹ ਦਵਿੰਦਰ ਨੂੰ ਕੈਨੇਡਾ ਮੰਗਵਾ ਲਵੇ, ਬਸ ਮੁੱਕਰ ਨਾ ਜਾਵੇ। ਬਸ ਕਿਸੇ ਨਾ ਕਿਸੇ ਵੀ ਤਰ੍ਹਾਂ ਦਵਿੰਦਰ ਬਸ ਸੁਣਦਾ ਹੀ ਜਸ਼ਨ ਦੀ ਸੀ। ਰੁਪਿੰਦਰ ਨੇ ਤਾਂ ਜਸ਼ਨ ਤੇ ਦਵਿੰਦਰ ਨੂੰ ਬੁਲਾਉਣਾ ਹੀ ਛੱਡ ਦਿੱਤਾ। ਆਪਣੀਆਂ ਕੁੜੀਆਂ ਨਾਲ ਇਸ ਤਰ੍ਹਾਂ ਦਾ ਵਰਤਾਵ ਕਰਕੇ ਜਸ਼ਨ ਆਪਣੀ ਸੱਸ ਦੇ ਮਨ ਤੋਂ ਲੈ ਗਈ। ਇੱਕ ਦਿਨ ਜਸ਼ਨ ਦੀ ਲੱਤ ਵਿੱਚ ਬਹੁਤ ਦਰਦ ਹੋਇਆ ਤੇ ਕਈ ਤਰ੍ਹਾਂ ਦੀਆਂ ਦਵਾਈਆਂ ਖਾ ਕੇ ਵੀ ਉਸ ਨੂੰ ਘੱਟ ਫਰਕ ਪਿਆ। ਅਖੀਰ ਉਸ ਦੇ ਲੱਤ ਵਿੱਚ ਹੋ ਰਹੇ ਦਰਦ ਬਾਰੇ ਉਸਨੇ ਆਪ ਹੀ ਦੱਸਿਆ ਕਿ ਇੱਕ ਵਾਰ ਬਚਪਨ ਵਿੱਚ ਉਸ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਕਰਕੇ ਉਸ ਦੀ ਲੱਤ ਵਿੱਚ ਪਲੇਟਾਂ ਪਈਆਂ ਸੀ। ਸ਼ਾਇਦ ਇਸੇ ਕਰਕੇ ਹੀ ਇਹ ਦਰਦ ਉਹਦੇ ਹੋ ਰਿਹਾ ਹੈ। ਡਾਕਟਰ ਕੋਲੋਂ ਚੈੱਕਅਪ ਕਰਵਾਇਆ ਤਾਂ ਉਹ ਗੱਲ ਨਿਕਲੀ। ਡਾਕਟਰ ਨੇ ਕਿਹਾ ਕਿ ਇਹ ਦਰਦ ਬਿਨਾਂ ਆਪਰੇਸ਼ਨ ਤੋਂ ਨਹੀਂ ਠੀਕ ਹੋਣਾ। ਅਖੀਰ ਕੋਈ ਹੱਲ ਨਾ ਦੇਖ ਉਸ ਦੀ ਲੱਤ ਦਾ ਆਪਰੇਸ਼ਨ ਕਰ ਦਿੱਤਾ ਗਿਆ। ਉਹ ਕਈ ਦਿਨਾਂ ਤੋਂ ਇਸ ਤਰ੍ਹਾਂ ਬੈੱਡ 'ਤੇ ਪਈ ਰਹੀ। ਇਹਨਾਂ ਦਿਨਾਂ ਵਿੱਚ ਉਸ ਦੀ ਸੱਸ ਨੇ ਨਾ ਚਾਹੁੰਦੇ ਹੋਏ ਵੀ ਉਸ ਦਾ ਕਾਫੀ ਖਿਆਲ ਰੱਖਿਆ ਤੇ ਦਵਿੰਦਰ ਹਰ ਸਮੇਂ ਉਸ ਦੇ ਨਾਲ ਹੀ ਰਹਿੰਦਾ ਸੀ। ਇਹਨਾਂ ਦਿਨਾਂ ਵਿੱਚ ਇੱਕ ਗੱਲ ਬਹੁਤ ਸੋਹਣੀ ਹੋਈ, ਉਹ ਇਹ ਸੀ ਕਿ ਜਸ਼ਨ ਦਾ ਕੈਨੇਡਾ ਦਾ ਵੀਜ਼ਾ ਆ ਗਿਆ। ਲਗਭਗ 1 ਮਹੀਨੇ ਬਾਅਦ ਜਸ਼ਨ ਤੁਰਨ ਫਿਰਨ ਲੱਗੀ। ਜਦੋਂ ਉਹ ਠੀਕ
ਤਰ੍ਹਾਂ ਤੁਰਨ ਫਿਰਨ ਲੱਗ ਗਈ ਤਾਂ ਜਲਦੀ ਨਾਲ ਉਸ ਦੀ ਟਿਕਟ ਕਰਵਾਈ ਗਈ। ਉਸ ਨੂੰ ਕੈਨੇਡਾ ਲਈ ਰਵਾਨਾ ਕਰ ਦਿੱਤਾ ਗਿਆ। ਜਸ਼ਨ ਦੇ ਜਾਣ ਤੋਂ ਬਾਅਦ ਮਠਿਆਈ ਦਾ ਡੱਬਾ ਜਸ਼ਨ ਦੀ ਸੱਸ ਵਿਚੋਲਨ ਨੂੰ ਦੇਣ ਗਈ। ਦਵਿੰਦਰ ਵੀ ਨਾਲ ਹੀ ਗਿਆ ਸੀ। ਬਲਜੀਤ ਕੌਰ ਵੈਸੇ ਹੀ ਸ਼ਿੰਦੋ ਨੂੰ ਕਹਿ ਦਿੱਤਾ ਕਿ ਦੇਖ ਲਓ ਭੈਣ ਜੀ, ਇੱਕ ਵਾਰ ਵੀ ਜਸ਼ਨ ਦੇ ਮਾਪਿਆਂ ਨੇ ਪੁੱਛਿਆ ਤੱਕ ਨਹੀਂ ਕਿ ਦੱਸੋ ਕੁਝ, ਜੇਕਰ ਪੈਸੇ ਘਟ ਰਹੇ ਆ ਕੰਮ ਬਣਾਉਣ ਲਈ ਤਾਂ ਅਸੀਂ ਕੁਝ ਮਦਦ ਕਰ ਦਈਏ। ਫਿੱਟੇ ਮੂੰਹ ਤੱਕ ਨਹੀਂ ਕਿਹਾ। ਇੰਨਾ ਖਰਚਾ ਆਇਆ ਸਾਡਾ ਉਹਨਾਂ ਦੀ ਕੁੜੀ 'ਤੇ। ਇਹ ਸੁਣ ਕੇ ਦਵਿੰਦਰ ਨੇ ਉਸ ਸਮੇਂ ਆਪਣੀ ਮਾਂ ਨੂੰ ਰੋਕ ਦਿੱਤਾ ਤੇ ਕਿਹਾ, ਬਸ ਕਰੋ ਮੰਮੀ, ਕਿਉਂ ਉਹੀ ਗੱਲਾਂ ਕਰਦੇ ਹੋ। ਜਦੋਂ ਇਸ ਤਰ੍ਹਾਂ ਦਾ ਵਿਆਹ ਕਰਨਾ ਹੋਵੇ ਤਾਂ ਖਰਚਾ ਸਾਰਾ ਮੁੰਡੇ ਵਾਲਿਆਂ ਦਾ ਹੀ ਹੁੰਦਾ। ਇਸ ਦੇ ਨਾਲ ਹੀ ਬਲਜੀਤ ਬੋਲ ਪਈ, ਜਾਣੀ ਕਿ ਮੁੰਡੇ ਦੀ ਮਾਂ। ਫਿਰ ਵੀ ਇੱਕ ਵਾਰ ਪੁੱਛਣਾ ਤਾਂ ਹੱਕ ਬਣਦਾ ਸੀ ਉਹਨਾਂ ਦਾ। ਵਿਆਹ ਤੱਕ ਦਾ ਖਰਚਾ ਸਾਰਾ ਸਾਡਾ ਸੀ। ਨਾ ਕੋਈ ਗਹਿਣਾ ਪਾਇਆ ਉਹਨਾਂ ਨੇ, ਨਾ ਆਪਣੀ ਕੁੜੀ ਨੂੰ, ਨਾ ਕਿਸੇ ਹੋਰ ਨੂੰ। ਜਵਾਈ ਨੂੰ ਵੀ ਇੱਕ ਹਲਕੀ ਜਿਹੀ ਮੁੰਦਰੀ ਪਾਈ। ਦਵਿੰਦਰ ਕਹਿਣ ਲੱਗਾ, ਮੰਮੀ ਨਾ ਬੋਲਿਆ ਕਰੋ ਇਸ ਤਰ੍ਹਾਂ, ਸੁੱਖ ਦੀ ਮੰਗ ਕਰਿਆ ਕਰੋ। ਸਾਰਾ ਕੁਝ ਤਾਂ ਹੈ ਆਪਣੇ ਘਰ ਵਿੱਚ। ਇਹੀ ਗੱਲਾਂ ਚੱਲ ਰਹੀਆਂ ਸੀ ਕਿ ਦਵਿੰਦਰ ਨੂੰ ਜਸ਼ਨ ਦੀ ਕਾਲ ਆ ਗਈ ਤੇ ਉਹ ਉੱਠ ਕੇ ਇੱਕ ਪਾਸੇ ਚਲਾ ਗਿਆ। ਉਸ ਦੇ ਪਾਸੇ ਜਾਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਘਰੇਲੂ ਗੱਲਾਂ ਕਰਨ ਤੋਂ ਬਾਅਦ ਬਲਜੀਤ ਕੌਰ ਜਸ਼ਨ ਬਾਰੇ ਵਿਚੋਲਣ ਨੂੰ ਦੱਸਣ ਲੱਗ ਪਈ। ਇੱਥੇ ਕੀ ਕੁਝ ਕਰਦੀ ਸੀ। ਬਲਜੀਤ ਨੇ ਸ਼ਿੰਦੋ ਨੂੰ ਦੱਸਿਆ ਕਿ ਜਸ਼ਨ ਨੂੰ ਬੋਲਣ ਦੀ ਬਿਲਕੁਲ ਵੀ ਅਕਲ ਨਹੀਂ ਸੀ, ਨਾ ਹੀ ਬੈਠਣ ਉੱਠਣ ਦਾ ਪਤਾ ਸੀ। ਦੂਜਾ, ਉਸਨੇ ਦਵਿੰਦਰ ਨੂੰ ਆਪਣੇ ਹੱਕ ਵਿੱਚ ਇਸ ਤਰ੍ਹਾਂ ਕਰ ਰੱਖਿਆ ਹੈ ਕਿ ਉਹ ਕੁੜੀਆਂ ਨੂੰ ਬਹੁਤ ਬੋਲਣ ਲੱਗ ਪਿਆ। ਜਸ਼ਨ ਇਸ ਨੂੰ ਅੱਖਾਂ ਤੋਂ ਇੱਕ ਮਿੰਟ ਵੀ ਪਾਸੇ ਨਹੀਂ ਹੋਣ ਦਿੰਦੀ ਸੀ। ਇੱਕ ਉਸ ਨੂੰ ਨਾ ਤਾਂ ਇਹ ਪਤਾ ਸੀ ਕਿ ਆਏ ਗਏ ਤੇ ਵੱਡੇ ਛੋਟੇ ਅੱਗੇ ਚੁੰਨੀ ਸਿਰ ਤੇ ਲੈ ਕੇ ਆਉਣੀ ਆ। ਉਸ ਦੇ ਮਗਰ ਲੱਗ ਕੇ ਮੇਰਾ ਪੁੱਤ ਮੇਰੀਆਂ ਕੁੜੀਆਂ ਨੂੰ ਬੋਲਣ ਲੱਗ ਪਿਆ। ਜਿਸ ਭਰਾ ਨੇ ਕਦੇ ਉਹਨਾਂ ਨੂੰ ਪੁੱਛੇ ਬਿਨਾਂ ਕੋਈ ਕੰਮ ਤੱਕ ਨਹੀਂ ਕੀਤਾ ਸੀ, ਉਹ ਵੀ ਬਦਦੁਆਵਾਂ ਹੀ ਦੇ ਰਹੀਆਂ ਨੇ। ਇਸ ਨੂੰ ਸ਼ਿੰਦੋ ਆਖਣ ਲੱਗੀ, ਪਤਾ ਤਾਂ ਮੈਨੂੰ ਵੀ ਲੱਗਿਆ, ਤੁਸੀਂ ਵੀ ਠੀਕ ਆਖ ਰਹੇ ਹੋ। ਪੈਸੇ ਤਾਂ ਤੁਸੀਂ ਨਹੀਂ ਲੈਣੇ ਸੀ, ਪਰ ਉਹਨਾਂ ਦਾ ਇੱਕ ਵਾਰ ਪੁੱਛਣ ਦਾ ਫਰਜ਼ ਬਣਦਾ ਸੀ ਤੇ ਮੈਨੂੰ ਜਸ਼ਨ ਦੀਆਂ ਹਰਕਤਾਂ ਦਾ ਵੀ ਪਤਾ ਲੱਗਦਾ ਰਿਹਾ। ਪਹਿਲਾਂ ਤੁਸੀਂ ਮੁੰਡੇ ਨੂੰ ਬਾਹਰ ਕੱਢ ਦਿਓ ਕਿਸੇ ਤਰ੍ਹਾਂ, ਫਿਰ ਕੋਲ ਬਿਠਾ ਕੇ ਕਰ ਲਿਓ ਸਾਰੀਆਂ ਗੱਲਾਂ। ਭੈਣਾਂ ਨੇ ਮੂਹਰੇ ਹੋ ਕੇ ਸਾਰੇ ਕੰਮ ਆਪਣੇ ਹੱਥੀਂ ਕੀਤੇ। ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਵ ਕਰਨਾ ਬਣਦਾ ਨਹੀਂ ਸੀ। ਬਲਜੀਤ ਕੌਰ ਕਹਿਣ ਲੱਗੀ, ਗੁੱਸਾ ਨਾ ਕਰਿਓ ਭੈਣ ਜੀ, ਪਰ ਇੱਕ ਗੱਲ ਇਹ ਵੀ ਸੱਚ ਆ ਕਿ ਜਸ਼ਨ ਦੇ ਮਾਪੇ ਸਾਨੂੰ ਕੋਈ ਵੀ ਗੱਲ ਆਖ ਨਹੀਂ ਸਕਦੇ। ਸ਼ਿੰਦੋ ਕਹਿੰਦੀ, ਕਿਉਂ ਭੈਣ ਜੀ, ਇਸ ਤਰ੍ਹਾਂ ਦੇ ਵਿਚਾਰ ਕਿਉਂ ਸਾਂਝੇ ਕਰ ਰਹੇ ਹੋ। ਤਾਂ ਬਲਜੀਤ ਕੌਰ ਨੇ ਜਵਾਬ ਦਿੱਤਾ ਕਿ ਜਿਨ੍ਹਾਂ ਨੇ ਕੁੜੀ ਤੇ 1 ਵੀ ਰੁਪਈਆ ਖਰਚ ਨਾ ਕੀਤਾ ਹੋਵੇ, ਇੱਥੋਂ ਤੱਕ ਕਿ ਲਾਵਾਂ ਤੇ ਕੁੜੀ ਤੇ ਪਾਇਆ ਸੂਟ ਵੀ ਸਹੁਰਿਆਂ ਦਾ ਹੋਵੇ, ਫਿਰ ਕੁੜੀ ਵਿਆਹੀ ਨਹੀਂ ਵੇਚੀ ਜਾਂਦੀ ਆ। ਗੱਲ ਕੌੜੀ ਲੱਗਣੀ ਆ, ਪਰ ਹੈ ਜਮਾਂ ਸੱਚ। ਪਿਓ ਗਰੀਬ ਸੀ, ਪਰ ਭੂਆ ਜਿਹੜੀਆਂ 5 ਤੇ ਚਾਚੇ ਤਾਏ ਉਹ ਤਾਂ ਅਮੀਰ ਸੀ। ਸ਼ਿੰਦੋ ਬਹੁਤ ਧਿਆਨ ਨਾਲ ਜਸ਼ਨ ਦੀ ਸੱਸ ਦੀਆਂ ਗੱਲਾਂ ਸੁਣ ਰਹੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਇਹਨਾਂ ਗੱਲਾਂ ਦਾ ਕਾਰਨ ਅਮੀਰੀ ਨਹੀਂ, ਬਲਕਿ ਇਹਨਾਂ ਨਾਲ ਜਸ਼ਨ ਦਾ ਕੀਤਾ ਵਿਹਾਰ ਵੀ ਜ਼ਿੰਮੇਵਾਰ ਆ। ਥੋੜ੍ਹੇ ਸਮੇਂ ਹੋਰ ਰੁਕਣ ਤੋਂ ਬਾਅਦ ਬਲਜੀਤ ਕੌਰ ਤੇ ਦਵਿੰਦਰ ਆਪਣੇ ਘਰ ਵਾਪਸ ਚਲੇ ਗਏ। ਜਸ਼ਨ ਨੂੰ ਜਦੋਂ ਹੀ ਸਮਾਂ ਮਿਲਦਾ ਉਹ ਦਵਿੰਦਰ ਨਾਲ ਹੀ ਫੋਨ ਤੇ ਲੱਗੀ ਰਹਿੰਦੀ। ਇਸ ਤਰ੍ਹਾਂ 1 ਸਾਲ ਬੀਤ ਗਿਆ, ਪਰ ਦਵਿੰਦਰ ਹਾਲੇ ਤੱਕ ਕੈਨੇਡਾ ਨਹੀਂ ਗਿਆ ਸੀ। ਘਰ ਦੇ ਉਸ ਨੂੰ ਆਖ ਰਹੇ ਸੀ ਕਿ ਉਹ ਜਸ਼ਨ ਨੂੰ ਆਖੇ ਕਿ ਤੇਰਾ ਵੀਜ਼ਾ ਅਪਲਾਈ ਕਰੇ। ਜਸ਼ਨ ਨੇ ਕਿਹਾ ਕਿ ਉਹ ਵਰਕ ਪਰਮਿਟ ਲਈ ਅਪਲਾਈ ਕਰਨ ਤੋਂ ਬਾਅਦ ਦਵਿੰਦਰ ਦਾ ਵੀਜ਼ਾ ਵੀ ਅਪਲਾਈ ਕਰੇਗੀ। ਇੱਕ ਹੁਣ ਕੁੜੀਆਂ ਦੇ ਧੋਖੇ ਦੇਣ ਵਾਲੇ ਕੇਸ ਬਹੁਤ ਸਾਹਮਣੇ ਆ ਰਹੇ ਸੀ। ਕੁਝ ਕੁ ਦਿਨਾਂ ਪਹਿਲਾਂ ਦੀ ਹੀ ਗੱਲ ਹੈ, ਦਵਿੰਦਰ ਦੇ ਇੱਕ ਦੋਸਤ ਨੂੰ ਕੁੜੀ ਵੱਲੋਂ ਬਾਹਰ ਜਾ ਕੇ ਧੋਖਾ ਦੇ ਦਿੱਤਾ ਗਿਆ। ਕੋਈ ਨਾਲ ਦਾ ਹੁੰਦਾ ਦੇਖ ਕੇ ਉਹਨਾਂ ਨੇ ਕੁੜੀ ਕੋਲੋਂ ਤਲਾਕ ਹੀ ਲੈ ਲਿਆ। ਫਿਰ ਦਵਿੰਦਰ ਦੀ ਭੂਆ ਵੀ ਕੈਨੇਡਾ ਹੀ ਸੀ। ਉਹ ਜਸ਼ਨ ਦੀ ਬਹੁਤ ਦੇਖ ਰੇਖ ਕਰਦੀ ਸੀ। ਕੁੜੀ ਨੇ ਆਈਲੈਟਸ ਕਰਕੇ ਸਾਰੇ ਪੈਸੇ ਮੁੰਡੇ ਦੇ ਪਰਿਵਾਰ ਦੇ ਲਗਵਾਏ ਤੇ ਬਾਹਰ ਜਾ ਕੇ ਮੁੱਕਰ ਗਈ। ਇਸ ਸਦਮੇ ਵਿੱਚ ਮੁੰਡੇ ਨੇ ਫਾਹਾ ਲੈ ਲਿਆ, ਕਿਸੇ ਨੇ ਦਵਾਈ ਖਾ ਲਈ। ਇਸ ਤਰ੍ਹਾਂ ਦੀਆਂ ਖਬਰਾਂ ਆਏ ਦਿਨ ਅਖਬਾਰ ਤੇ ਟੀਵੀ ਤੇ ਚਰਚਾ ਦਾ ਵਿਸ਼ਾ ਬਣ ਕੇ ਚੱਲਦੀਆਂ ਰਹਿੰਦੀਆਂ ਸਨ। ਜਸ਼ਨ ਨੇ ਬਾਹਰ ਦਵਿੰਦਰ ਦਾ ਵੀਜ਼ਾ ਅਪਲਾਈ ਕੀਤਾ, ਪਰ ਉਸ ਸਮੇਂ ਰਿਫਿਊਜ਼ਲ ਲੱਗ ਗਿਆ।
ਜਸ਼ਨ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ। ਭਾਵੇਂ ਜਸ਼ਨ ਆਪਣੀਆਂ ਨਨਾਣਾਂ ਨੂੰ ਪਸੰਦ ਨਹੀਂ ਕਰਦੀ ਸੀ, ਪਰ ਫਿਰ ਵੀ ਉਹ ਦਵਿੰਦਰ ਨੂੰ ਪਿਆਰ ਦਿਲ ਤੋਂ ਕਰਦੀ ਸੀ। ਉਹ ਆਪਣੀ ਰਿਸ਼ਤੇਦਾਰੀ ਅਤੇ ਸਹੇਲੀਆਂ ਵਿੱਚ ਵੀ ਦੱਸਦੀ ਫਿਰਦੀ ਸੀ ਕਿ ਦਵਿੰਦਰ ਇੱਕ ਬਹੁਤ ਹੀ ਚੰਗਾ ਇਨਸਾਨ ਆ। ਜਿੰਨਾ ਉਹ ਮੇਰਾ ਕਰਦੇ ਨੇ ਇੰਨਾ ਮੇਰਾ ਕੋਈ ਨਹੀਂ ਕਰ ਸਕਦਾ। ਮੇਰੀ ਮਾਂ ਦੇ ਜਾਏ ਤੋਂ ਬਾਅਦ ਉਹ ਮੇਰੇ ਸਭ ਤੋਂ ਵੱਧ ਕਰੀਬ ਆਏ ਨੇ। ਜਸ਼ਨ ਨੇ ਅੱਜ ਜਦੋਂ ਦਵਿੰਦਰ ਨੂੰ ਇੱਕ ਸੱਚਾਈ ਦੱਸੀ ਕਿ ਉਸ ਦੀ ਮੰਮੀ ਦੀ ਮੌਤ ਨਹੀਂ ਹੋਈ ਸੀ, ਬਲਕਿ ਉਹ ਇਸ ਦੁਨੀਆ 'ਤੇ ਜਿਉਂਦੇ ਨੇ। ਅਸਲ ਵਿੱਚ ਉਹ ਉਸ ਦੇ ਪਿਤਾ ਨਾਲ ਲੜ ਕੇ ਘਰ ਛੱਡ ਕੇ ਚਲੇ ਗਏ ਸੀ। ਤਾਂ ਇਸ ਗੱਲ ਨੂੰ ਦਵਿੰਦਰ ਤੇ ਦਵਿੰਦਰ ਦੀ ਸਾਰੀ ਫੈਮਿਲੀ ਨੇ ਸਵੀਕਾਰ ਕਰ ਲਿਆ। ਕਿਸੇ ਨੇ ਵੀ ਕਦੇ ਵੀ ਨਾ ਦੱਸਣ ਦਾ ਵਾਅਦਾ ਕੀਤਾ ਸੀ। ਦਵਿੰਦਰ ਨੂੰ ਉਹ ਸੱਚੇ ਦਿਲੋਂ ਪਸੰਦ ਕਰਦੀ ਸੀ। ਆਪਣੀਆਂ ਸਾਰੀਆਂ ਸਹੇਲੀਆਂ ਨੂੰ ਦੱਸਦੀ ਸੀ ਕਿ ਮੈਨੂੰ ਉਸ ਦੀ ਉਮਰ ਦਾ ਕੋਈ ਫਰਕ ਨਹੀਂ ਪੈਂਦਾ। ਇਸ ਤਰ੍ਹਾਂ ਦਾ ਚੰਗਾ ਇਨਸਾਨ ਕਰਮਾਂ ਨਾਲ ਹੀ ਮਿਲਦਾ ਹੈ। ਸਾਰੀਆਂ ਕੁੜੀਆਂ ਨੂੰ ਅਜਿਹਾ ਹੀ ਵਰ ਦੇਵੇ ਰੱਬ। ਪਰ ਹੁਣ ਦਵਿੰਦਰ ਦੇ ਵੀਜ਼ੇ 'ਤੇ ਲੱਗੇ ਰਿਫਿਊਜ਼ਲ ਨੇ ਸਾਰਾ ਕੰਮ ਖਰਾਬ ਕਰ ਦਿੱਤਾ ਸੀ। ਸਾਰੇ ਜਸ਼ਨ 'ਤੇ ਸ਼ੱਕ ਕਰ ਰਹੇ ਸੀ। ਇਹ ਸਭ ਉਸਨੇ ਕੀਤਾ। ਉਹ ਵੀ ਬਾਹਰ ਜਾ ਕੇ ਬਾਕੀ ਕੁੜੀਆਂ ਵਾਂਗ ਬਦਲ ਗਈ। ਉਸ ਨੇ ਜਾਣ ਕੇ ਪੇਪਰ ਵਿੱਚ ਖਰਾਬੀ ਕੀਤੀ। ਕੋਈ ਇਸ ਕਰਕੇ ਰਿਫਿਊਜ਼ਲ ਆ ਗਈ। ਸਾਰੇ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਸੀ। ਇਸ ਕਰਕੇ ਰੁਪਿੰਦਰ ਤੇ ਉਸ ਦੀ ਮਾਂ ਨੂੰ ਇੱਕ ਮੌਕਾ ਮਿਲ ਗਿਆ ਦਵਿੰਦਰ ਨੂੰ ਅਸਲੀਅਤ ਦਿਖਾਉਣ ਦਾ। ਇੱਕ ਇਹ ਹਰ ਰੋਜ਼ ਖਬਰਾਂ ਵਿੱਚ ਆਉਂਦੇ ਕੇਸ। ਹੁਣ ਜਸ਼ਨ ਦੀ ਪੜ੍ਹਾਈ ਤਾਂ ਪੂਰੀ ਹੋ ਚੁੱਕੀ ਸੀ। ਉਸ ਨੇ ਵਰਕ ਪਰਮਿਟ ਕਰਵਾ ਕੇ ਦਵਿੰਦਰ ਦਾ ਵੀਜ਼ਾ ਅਪਲਾਈ ਵੀ ਕਰਵਾਇਆ ਸੀ, ਪਰ ਉਸ ਦਾ ਰਿਫਿਊਜ਼ਲ ਆ ਗਿਆ ਸੀ। ਅਸਲ ਵਿੱਚ ਇਸ ਦਾ ਕਾਰਨ ਦਵਿੰਦਰ ਦੀ ਉਮਰ ਤੇ ਇੱਕ ਘੱਟ ਪੜ੍ਹਿਆ ਲਿਖਿਆ ਹੋਣਾ ਸੀ। ਉਮਰ ਦਾ ਦੋਨਾਂ ਵਿੱਚ ਬਹੁਤ ਅੰਤਰ ਸੀ। ਬਲਜੀਤ ਕੌਰ ਨੇ ਦਵਿੰਦਰ ਦੇ ਦਿਲ ਤੇ ਦਿਮਾਗ ਵਿੱਚ ਇਹ ਗੱਲ ਭਰਨੀ ਸ਼ੁਰੂ ਕਰ ਦਿੱਤੀ ਕਿ ਦੇਖ ਲਾ ਘਰਵਾਲੀ ਦੇ ਅਸਲੀ ਰੰਗ, ਜਿਸ ਮਗਰ ਲੱਗ ਕੇ ਤੂੰ ਭੈਣਾਂ ਨੂੰ ਬੋਲਦਾ ਸੀ। ਦੇਖ ਲਿਆ ਸਭ। ਉਹਨੇ ਨਹੀਂ ਬੁਲਾਉਣਾ ਤੈਨੂੰ। ਚੰਗਾ ਚਾਹੁੰਦਾ ਹੈ ਤਾਂ ਉਸ ਕੋਲੋਂ ਕਿਸੇ ਬਹਾਨੇ ਨਾਲ ਪੈਸੇ ਮੰਗਵਾ ਲਾ ਜਿਹੜੇ ਉਸ 'ਤੇ ਲੱਗੇ ਨੇ। ਕੰਮ ਤਾਂ ਉਹ ਕਰਦੀ ਹੈ ਹੀ, ਨਹੀਂ ਤਾਂ ਲੱਗਿਆਂ ਦਾ ਦੁੱਖ ਹੁੰਦਾ ਰਹਿਣਾ। ਰੁਪਿੰਦਰ ਨੇ ਵੀ ਇਸ ਪੱਖ ਵਿੱਚ ਆਪਣਾ ਸੁਝਾਅ ਜਸ਼ਨ ਦੇ ਖਿਲਾਫ ਹੀ ਦਿੱਤਾ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹ ਵੀ ਇਸੇ ਤਰ੍ਹਾਂ ਹੀ ਨਿਕਲੇਗੀ। ਜੋ ਇਸ ਨੇ ਆਪਣੀ ਤੀਵੀਂ ਮਗਰ ਲੱਗ ਕੇ ਮੈਨੂੰ ਗੱਲਾਂ ਕਹੀਆਂ ਨੇ, ਇਸ ਨਾਲ ਇਸ ਤਰ੍ਹਾਂ ਹੋਣੀ ਚਾਹੀਦੀ ਸੀ। ਮੇਰੀਆਂ ਵੀ ਵੱਧ ਦੁਆਵਾਂ ਲੱਗਣੀਆਂ ਹੀ ਸੀ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੁਣਦੇ ਦੋਵੇਂ ਭੈਣ ਭਰਾ ਲੜਨ ਲੱਗ ਪਏ ਤੇ ਮਾਰ ਕਟਾਈ 'ਤੇ ਆ ਗਏ। ਘਰਦਿਆਂ ਨੇ ਇਸ ਵਿੱਚ ਦਵਿੰਦਰ ਦਾ ਸਾਥ ਤਾਂ ਕੀ ਦੇਣਾ। ਉਹਨਾਂ ਨੇ ਜਸ਼ਨ ਦਾ ਅਸਲੀ ਸੁਭਾਅ ਦਵਿੰਦਰ ਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ। ਸਭ ਨੇ ਉਸ ਦੇ ਦਿਮਾਗ 'ਤੇ ਉਲਟ ਅਸਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਜਸ਼ਨ 'ਤੇ ਸ਼ੱਕ ਕਰਨਾ ਸ਼ੁਰੂ ਕਰਤਾ। ਇਹ ਸ਼ੱਕ ਕਰਕੇ ਉਹ ਜਸ਼ਨ ਨੂੰ ਕਹਿਣ ਲੱਗ ਪਿਆ ਕਿ ਉਹ ਉਸ ਨੂੰ ਪੈਸੇ ਭੇਜੇ। ਕੰਮ ਤਾਂ ਤੂੰ ਕਰਦੀ ਹੀ ਆ, ਇੰਨੇ ਲੱਗੇ ਨੇ ਘਰਦਿਆਂ ਦੇ। ਮੈਂ ਵੀ ਕੋਈ ਕੰਮ ਨਹੀਂ ਕਰਦਾ। ਤੇਰਾ ਫਰਜ਼ ਬਣਦਾ ਹੈ ਕਿ ਤੂੰ ਮੈਨੂੰ ਇਹਨਾਂ ਉੱਤੇ ਬੋਝ ਨਾ ਬਣ ਦੇਵੇਂ। ਜਿਸ ਜਸ਼ਨ ਦਾ ਦਿਲੋਂ ਕੀਤਾ ਉਹ ਬਦਲ ਗਈ। ਹੁਣ ਉਸ ਕੋਲ ਸਾਰੇ ਮਸਲਿਆਂ ਦਾ ਇੱਕ ਹੀ ਹੱਲ ਹੈ। ਅਗਲੇ ਦਿਨ ਬਲਜੀਤ ਕੌਰ ਚਾਹ ਲੈ ਕੇ ਦਵਿੰਦਰ ਦੇ ਕਮਰੇ ਵਿੱਚ ਜਾਂਦੀ ਹੈ। ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ। 2 ਵਾਰ ਦਰਵਾਜ਼ੇ 'ਤੇ ਆਵਾਜ਼ ਦੇਣ ਤੋਂ ਬਾਅਦ ਵੀ ਦਵਿੰਦਰ ਦਰਵਾਜ਼ਾ ਨਹੀਂ ਖੋਲ੍ਹਦਾ ਤਾਂ ਉਹ ਵਾਪਸ ਚਲੀ ਜਾਂਦੀ ਆ। ਦੁਪਹਿਰ ਹੋ ਜਾਂਦੀ ਆ ਪਰ ਦਵਿੰਦਰ ਥੱਲੇ ਨਹੀਂ ਆਉਂਦਾ। ਫਿਕਰ ਵਿੱਚ ਉਸ ਨੇ ਆਪਣੇ ਭਤੀਜੇ ਨੂੰ ਕਾਲ ਕੀਤੀ ਤਾਂ ਉਸ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਵਿੰਦਰ ਬੈੱਡ ਉੱਤੇ ਪਿਆ ਸੀ। ਉਸ ਦੇ ਹੱਥ ਵਿੱਚ ਇੱਕ ਕਾਗਜ਼ ਸੀ। ਜਲਦੀ ਨਾਲ ਬਲਜੀਤ ਦੇ ਭਤੀਜੇ ਨੇ ਉਸ 'ਤੇ ਸਾਹ ਚੈੱਕ ਕੀਤੇ। ਸਾਹ 'ਤੇ ਚੱਲ ਰਹੇ ਸੀ ਪਰ ਉਹ ਹੋਸ਼ ਵਿੱਚ ਨਹੀਂ ਸੀ। ਉਸ ਨੂੰ ਜਲਦੀ ਨਾਲ ਹਸਪਤਾਲ ਜਾਇਆ ਗਿਆ। ਉੱਥੇ ਡਾਕਟਰ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਹ ਤਾਂ ਮਰ ਚੁੱਕਿਆ। ਇਹ ਕਿਵੇਂ ਹੋ ਗਿਆ? ਘਰੋਂ ਤਾਂ ਸਾਹ ਚੱਲਦੇ ਲੈ ਕੇ ਆਏ ਹਾਂ, ਰੁਪਿੰਦਰ ਨੇ ਕਿਹਾ। ਡਾਕਟਰ ਨੇ ਦੱਸਿਆ ਕਿ ਇਸ ਨੇ ਰਾਤ ਸਮੇਂ ਨੀਂਦ ਦੀਆਂ ਗੋਲੀਆਂ ਬਹੁਤ ਜ਼ਿਆਦਾ ਖਾ ਲਈਆਂ ਸੀ, ਜਿਸ ਕਰਕੇ ਇਸ ਨੂੰ ਨੀਂਦ ਆ ਗਈ। ਪਰ ਗੋਲੀਆਂ ਦਾ ਨਸ਼ਾ ਬਹੁਤ ਵੱਧ ਗਿਆ, ਜਿਸ ਕਰਕੇ ਰਸਤੇ ਵਿੱਚ ਆਉਂਦੇ ਸਮੇਂ ਉਸ ਨੂੰ ਹਾਰਟ ਅਟੈਕ ਹੋ ਗਿਆ। ਇਹਨਾਂ ਦੀ ਹਾਲਤ ਦੇਖ ਕੇ ਲੱਗ ਰਿਹਾ ਹੈ ਕਿ ਕਾਫੀ ਸਮੇਂ ਤੋਂ ਨੀਂਦ ਦੀਆਂ ਗੋਲੀਆਂ ਦੀ ਵਰਤੋਂ ਕਰ ਰਹੇ ਸੀ। ਹੁਣ ਤਾਂ ਕੁਝ ਬਾਕੀ ਰਿਹਾ ਹੀ ਨਹੀਂ ਸੀ। ਮਾਂ ਤਾਂ ਸੁਣ ਕੇ ਬੇਹੋਸ਼ ਹੋ ਗਈ। ਬਲਜੀਤ ਦਾ ਭਤੀਜਾ ਕਾਗਜ਼ ਖੋਲ੍ਹ ਕੇ ਦੇਖਦਾ ਤੇ ਪੜ੍ਹਦਾ ਕਿ ਉਸ 'ਤੇ ਲਿਖਿਆ ਹੁੰਦਾ ਕਿ ਮਾਂ ਮੈਨੂੰ ਮਾਫ਼ ਕਰੀ,
ਮੈਨੂੰ ਸਮਝ ਹੋਣੀ ਚਾਹੀਦੀ ਸੀ ਕਿ ਰਿਸ਼ਤਿਆਂ ਵਿੱਚ ਅਨੁਕੂਲਤਾ ਕਿਸ ਤਰ੍ਹਾਂ ਬਣਾ ਕੇ ਰੱਖਣੀ ਚਾਹੀਦੀ ਹੈ। ਮੈਂ ਤੇਰੀ ਕਦਰ ਘਟਾ ਦਿੱਤੀ ਸੀ, ਰੱਬ ਨੇ ਮੇਰੀ ਘਟਾ ਦਿੱਤੀ। ਸ਼ਾਇਦ ਜਦੋਂ ਇਹ ਚਿੱਠੀ ਤੁਹਾਨੂੰ ਮਿਲੇ ਉਸ ਸਮੇਂ ਤੱਕ ਮੈਂ ਇਸ ਦੁਨੀਆ ਵਿੱਚ ਨਾ ਹੋਵਾਂ। ਮੇਰੀ ਅਲਮਾਰੀ ਦੇ ਵਿੱਚ ਕੁਝ ਕਾਗਜ਼ ਪਏ ਨੇ ਜੋ ਤਲਾਕ ਦੇ ਨੇ। ਮੈਂ ਜਸ਼ਨ ਨੂੰ ਤਲਾਕ ਦੇ ਦਿੱਤਾ ਸੀ। ਮੈਂ ਸਾਈਨ ਕਰ ਦਿੱਤੇ ਨੇ ਆਪਣੇ ਵੱਲੋਂ। ਤੇਰੀ ਨੂੰਹ ਵਿਧਵਾ ਨਹੀਂ ਹੋਈ ਜਦੋਂ ਮੈਂ ਮਰਨਾ। ਸਾਰੇ ਇਹ ਪੜ੍ਹ ਕੇ ਰੋ ਪਏ। ਜਸ਼ਨ ਨੂੰ ਜਦੋਂ ਪਤਾ ਲੱਗਦਾ ਤਾਂ ਉਸਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਂਦੀ ਆ। ਉਸ ਦਾ ਤਾਂ ਸਾਰਾ ਸੰਸਾਰ ਹੀ ਖਤਮ ਹੋ ਗਿਆ। ਸ਼ਾਇਦ ਹੁਣ ਉਸਨੂੰ ਸਮਝ ਆ ਜਾਵੇ ਕਿ ਆਪਣੇ ਸੁੱਖ ਲਈ ਬਣਾਇਆ ਆਪਣੇ ਸੁੱਖ ਲਈ ਆਪਣਿਆਂ ਦੇ ਪੈਰਾਂ ਵਿੱਚ ਹੀ ਕੰਡੇ ਨਹੀਂ ਬੀਜੀਦੇ, ਜਿਸ ਕਰਕੇ ਉਸਨੇ ਇੰਨੀ ਦੂਰ ਤੱਕ ਉਡਾਰੀਆਂ ਮਾਰੀਆਂ ਸੀ। ਅੱਜ ਉਸ ਇਨਸਾਨ ਦੀ ਰੂਹ ਹਮੇਸ਼ਾ ਲਈ ਇਸ ਦੁਨੀਆ ਤੋਂ ਉਡਾਰੀ ਮਾਰ ਗਈ ਸੀ। ਤਾਂ ਦੋਸਤੋ, ਇਹ ਕਹਾਣੀ ਸੀ ਆਪਣੀ ਅੱਜ ਦੀ। ਇਸ ਕਹਾਣੀ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਦਾ ਕਸੂਰ ਹੈ? ਜਸ਼ਨ ਦਾ, ਜਸ਼ਨ ਦੀ ਸੱਸ ਸਹੁਰੇ ਦਾ, ਜਾਂ ਫਿਰ ਦਵਿੰਦਰ ਦਾ? ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਆ ਕਮੈਂਟ ਵਿੱਚ ਜ਼ਰੂਰ ਦੱਸਣਾ। ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ, ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਰੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ। ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।